ਆਉਣ ਵਾਲੀ 20 ਤਰੀਕ ਨੂੰ ਇੱਕ ਇੱਕ ਵੋਟ ਬੈਠੋ ਜੀ। ਡਾਕਟਰ ਸਾਹਿਬ ਪਹਿਲਾਂ ਤੁਹਾਨੂੰ ਲੱਡੂ ਨਾਲ ਬਿਠਾਉਣਾ, ਫਿਰ ਤੁਹਾਨੂੰ ਕੁਰਸੀ ਤੇ ਬਿਠਾਵਾਂਗੇ। ਚਲੋ ਬੈਠੋ ਜੀ, ਬੈਠੋ। ਮਸ਼ੀਨ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਬਣਾਓ। ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਊਗੀ। ਕੋਈ ਨਹੀਂ ਬਾਜੋ ਖੁੱਲਾ ਹੀ ਟਾਈਮ ਆ। ਜਿੰਨੇ ਕਿ ਤੁਸੀਂ ਲੇਟ ਆਏ ਹੋ ਉਹਨਾਂ ਕੁ ਅਸੀਂ ਲੈ ਲੈਣਾ ਟਾਈਮ ਤੁਹਾਡਾ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਜਿੰਦਾਬਾਦ। ਸਰਦਾਰ ਡਾਕਟਰ ਜਸਪ੍ਰੀਤ ਸਿੰਘ ਜੀ ਬੀਜਾ ਜਿੰਦਾਬਾਦ। परम सत्कारयोग समूह नगर निवासी पिंड घुड़ाणी कला ते अज दे इस बड़े इकट्ठ दे विच पहुंचे हुए सारे ही मेरे नौजवान वीर बजुर्ग साहबान, मेरिया भैणां, मातावां, बच्चे ते अज दी इस मीटिंग दे विच मंच ते विराजमान साडे बहुत ही सत्कारयोग मैंबर PAC सरदार हरजीवनपाल सिंह जी गिल, डॉक्टर सुरिंदर सिंह शाहपुर जी ते साडे बहुत ही सत्कारयोग सुखविंदर सिंह दौलतपुर जी, रिमी घुड़ाणी जी ते साडे राजी मांगेवाल जी बाबा पैल तो, साडे सरदार प्रीतम सिंह जी पैल ते साडे मदनीपुर तो साडे बहुत ही सत्कारयोग मेरा छोटा वीर सुखविंदर सिंह मदनीपुर ते सारी दर्जा बदर्जा ते साडे मौजूदा MLA सरदार लखवीर सिंह लखा जी के सगे चाचा जी सरदार हरी सिंह जी ते सरदार मोहन सिंह जी ते साडे इसे नगर तो साडे सरपंच साहब हनी घुड़ाणी जी, साडे इस मंच का संचालन कर रहे राजवीर सिंह जी, सरदार केसर सिंह जी ते साडे बसपा के आगू बीबी निशा घुड़ाणी जी, कुलवंत सिंह जी, मेरा वीर बग्गू ते साडे पुराने ते टकसाली सरदार प्यारा सिंह जी घुड़ाणी, गुरजंट सिंह जी ते मेरा वीर जोगी घलोटी ते अज दी इस कवरेज कर रहे मेरे पत्रकार भरा मनप्रीत सिंह रणदेव जी ते TRC चैनल तो सरदार जगतार सिंह जी, सरदार परमिंदर सिंह जी, बलदेव सिंह जी, स्वर्ण सिंह जी ते साडे पैल तो मेरे छोटे वीर गैरी ते गोपी ते दर्जा बदर्जा तुसीं सारे सत्कारयोग साथी जिन्हां दा नां मैं नहीं भी बोलिया मैं उन्होंने तो माफ़ी चाहना। आओ सब तो पहला गुरु महाराज की फतेह प्रवान करिए। वाहिगुरू जी का खालसा वाहिगुरू जी की फतेह। तुसीं सारे जानते ही हो भी हुण सारियां पार्टियां ने जिहड़ियां वो सारे वख-वख पिंडां दे विच वोटां मंगण दे साडे कोल आ रहीआं ने, पर आपां ने बड़ी सोच समझ के बड़ी सूझ-बूझ दे नाल अपनी अकल दे नाल अपनी वोट का जिहड़ा इस्तेमाल करना, क्योंकि बाबा साहब अंबेडकर ने 26 जनवरी 1950 ਨੂੰ ਸਾਨੂੰ ਵੋਟ ਦਾ ਅਧਿਕਾਰ ਲਿਖ ਦਿੱਤਾ ਆਪਣੇ 4 ਪੁੱਤ ਮਰਾ ਕੇ, ਕਿਉਂਕਿ 1950 ਤੋਂ ਪਹਿਲਾਂ ਸਾਨੂੰ ਕਿਸੇ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਹੁੰਦਾ। ਤੇ ਜਿਸ ਦਿਨ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਉਸ ਦਿਨ ਬਾਬਾ ਸਾਹਿਬ ਅੰਬੇਡਕਰ ਨੇ ਸਾਰੇ ਦੇਸ਼ ਵਾਸੀਆਂ ਨੂੰ ਇੱਕ ਗੱਲ ਕਹੀ ਕਿ ਅੱਜ ਤੋਂ ਬਾਅਦ ਰਾਜਾ ਰਾਣੀ ਦੇ ਪੇਟ ਚੋਂ ਨਹੀਂ ਵੋਟ ਦੀ ਪੀਪੀ ਚੋਂ ਜੰਮਿਆ ਕਰੇਗਾ। ਪਰ ਆਪਾਂ ਨੇ ਚਾਹੇ ਆਪਾਂ ਜਾਣੇ ਅਣਜਾਣੇ ਚ ਕਹਿ ਲਈਏ ਚਾਹੇ ਗਲਤੀ ਨਾਲ ਕਹਿ ਲਈਏ ਆਪਾਂ ਨੇ ਫੇਰ 2017 ਚ ਗਲਤੀ ਕੀਤੀ ਤੇ ਰਾਜਾ ਜਿਹੜਾ ਆਪਾਂ ਨੇ ਫੇਰ ਰਾਣੀ ਦੇ ਪੇਟ ਵਾਲਾ ਹੀ ਬਣਾ ਲਿਆ ਕੈਪਟਨ ਅਮਰਿੰਦਰ ਸਿੰਘ। ਤੇ ਉਹਦਾ ਰਿਜ਼ਲਟ ਕੀ ਹੋਇਆ ਕਿ ਸਾਨੂੰ ਪੰਜਾਬ ਨੂੰ 10-15 ਸਾਲ ਪਿੱਛੇ ਧੱਕਤਾ। ਜਿੱਥੇ ਸਾਨੂੰ ਸਰਕਾਰੀ ਨੌਕਰੀਆਂ ਚਾਹੀਦੀਆਂ ਸੀ ਉੱਥੇ ਹੀ ਸਾਡੀਆਂ ਜਿਹੜੀਆਂ 1.5 ਲੱਖ ਦੇ ਕਰੀਬ ਸਰਕਾਰੀ ਨੌਕਰੀਆਂ ਖਤਮ ਕਰਤੀਆਂ ਇਹਨਾਂ ਨੇ। ਉਸ ਤੋਂ ਇਲਾਵਾ ਇੱਥੋਂ ਦਾ ਨੁਮਾਇੰਦਾ ਜਿਹੜਾ ਸਰਦਾਰ ਲਖਵੀਰ ਸਿੰਘ ਲੱਖਾ, ਉਹਨਾਂ ਦੇ ਸਕੇ ਚਾਚਾ ਜੀ ਸਰਦਾਰ ਹਰੀ ਸਿੰਘ ਜੀ ਤੇ ਸਰਦਾਰ ਮੋਹਨ ਸਿੰਘ ਜੀ ਇੱਥੇ ਬੈਠੇ ਆ। ਉਹ ਆਪਣੇ ਮੂੰਹ ਇੱਕ ਗੱਲ ਕਹਿੰਦੇ ਆ ਕਿ ਜੇ ਪੁੱਤ ਕਪੁੱਤ ਹੋ ਜਾਵੇ ਤਾਂ ਉਹਦੇ ਨਾਲ ਰਹਿਣਾ ਔਖਾ ਹੁੰਦਾ, ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਆ ਘਲੋਟੀ ਘਟਾਣੀ ਜ਼ਿਆਦਾ ਦੂਰ ਨਾ ਜਾਓ, ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇੱਥੇ ਦੇ ਨਸ਼ਿਆਂ ਦੇ ਕੀ ਹਾਲਾਤ ਨੇ। ਕਿੰਨੇ ਨੌਜਵਾਨ ਮੈਂ ਆਪਣੇ ਅੱਖੀ ਦੇਖੇ ਨੇ ਨਸ਼ਿਆਂ ਤੇ ਲੱਗਦੇ, ਨਸ਼ਿਆਂ ਨਾਲ ਮਰਦੇ ਮੈਂ ਦੇਖੇ ਨੇ। ਆ ਤੁਹਾਡੇ ਘੁੜਾਣੀ ਨਗਰ ਦੀ ਇੱਕ ਗੱਲ ਆ, ਮੈਨੂੰ ਰਿੰਮੀ ਘੁੜਾਣੀ ਤੇ ਕੁਲਵੰਤ ਸਿੰਘ ਜੀ ਕਹਿੰਦੇ ਵੀ ਆਪਣੇ ਇੱਕ ਡੈਥ ਹੋ ਗਈ ਨੌਜਵਾਨ ਦੀ, ਵੀ ਆਪਾਂ ਉੱਥੇ ਬੈਠਣ ਜਾਣਾ।
ਤੇ ਜਦੋਂ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਦੇ ਘਰੇ ਗਰੀਬ ਪਰਿਵਾਰ ਦਲਿਤ ਪਰਿਵਾਰ ਸੀ ਸਰਦਾਰ ਕੁਲਵੰਤ ਸਿੰਘ ਜੀ ਦੇ ਘਰ ਦੇ ਨਾਲ, ਜਦੋਂ ਅਸੀਂ ਉੱਥੇ ਘਰ ਗਏ ਤਾਂ ਮੈਂ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ ਕੀ ਗੱਲ ਹੋ ਗਈ, ਨੌਜਵਾਨ 20-22 ਸਾਲ ਦੇ ਦੀ ਡੈਥ ਹੋ ਗਈ, ਕੀ ਗੱਲ ਹੋ ਗਈ? ਤਾਂ ਬੀਬੀ ਬਜ਼ੁਰਗ ਨੇ ਕਿਹਾ, ਕਹਿੰਦੀ ਵੀ ਮੁੰਡਾ ਚਿੱਟਾ ਪੀਂਦਾ ਸੀ, ਓਵਰਡੋਜ਼ ਜ਼ਿਆਦਾ ਪੀ ਲਈ, ਉਹ ਮਰ ਗਿਆ। ਤੇ ਮੈਂ ਹੈਰਾਨ ਹੋਇਆ, ਮੈਂ ਕਿਹਾ ਵੀ ਗਰੀਬ ਪਰਿਵਾਰ ਆ, ਛੱਤਾਂ ਕੱਚੀਆਂ ਨੇ, ਇਹ ਤਾਂ ਪੋਸੀਬਲ ਨਹੀਂ, ਕਿਉਂਕਿ ਚਿੱਟਾ ਜਿਹੜਾ ਉਹ ਤਾਂ ਮਹਿੰਗਾ ਨਸ਼ਾ, ਵੱਧ ਪੈਸੇ ਲੱਗਦੇ ਆ। ਤੇ ਮੈਂ ਦੁਬਾਰਾ ਫੇਰ ਪੁੱਛਿਆ ਤਾਂ ਉਹਦਾ ਚਾਚਾ ਕੋਲ ਬੈਠਾ ਸੀ ਮੁੰਡੇ ਦਾ, ਉਹ ਕਹਿੰਦਾ ਵੀ ਇਹ ਪਲੰਬਰ ਸੀ, ਪਲੰਬਰ ਦਾ ਕੰਮ ਕਰਦਾ ਸੀ ਤੇ ਇਹ 3-4 ਵਜੇ ਨੂੰ ਇਹ ਜਦੋਂ 1000-1200 ਦੇ ਕੋਲ ਬਣ ਜਾਂਦਾ ਸੀ ਤਾਂ ਇਹ ਸਾਰੇ ਦਾ ਸਾਰਾ ਜੱਲੇ ਦੇ ਕੋਲ ਕਹਿੰਦੇ ਇੱਕ ਗੱਡੀ ਖੜਦੀ ਹੈ ਚਿੱਟੇ ਦੀ, ਸਾਡੇ ਪਿੰਡ ਵੀ ਆਉਂਦੀ ਹੈ, ਉੱਥੋਂ ਨਸ਼ਾ ਲੈ ਕੇ ਰੋਜ਼ ਪੀ ਲੈਂਦਾ। ਸੋ ਇਸ ਕਰਕੇ ਗਰੀਬ ਪਰਿਵਾਰਾਂ ਦੇ ਦਲਿਤ ਪਰਿਵਾਰਾਂ ਦੇ ਮੁੰਡੇ ਵੀ ਇਹਨਾਂ ਨੇ ਨਸ਼ਿਆਂ ਤੇ ਲਾਤੇ। ਘਣਕਸ ਪਿੰਡ ਇੱਕ ਉੱਥੇ ਸਾਡਾ ਬਜ਼ੁਰਗ ਆ 100 ਸਾਲ ਦੇ ਕਰੀਬ, ਇਦਾਂ ਹੀ ਜਦੋਂ ਇਕੱਠ ਹੋਇਆ, ਇਕੱਠ ਤੋਂ ਬਾਅਦ ਉਹ ਉੱਠਿਆ ਤੇ ਕਹਿੰਦਾ ਮੈਂ 2 ਮਿੰਟ ਲਈ ਗੱਲ ਕਰਨੀ ਆ। ਉਹਨੇ ਪੂਰੇ ਪਿੰਡ ਵਾਲਿਆਂ ਨੂੰ ਕਿਹਾ ਕਿ ਵੀ ਮੁੜ ਕੇ ਲੱਖੇ ਨੂੰ MLA ਨਾ ਬਣਾ ਦਿਓ। ਕਹਿੰਦਾ ਵੀ ਜੇ ਲੱਖਾ ਦੁਬਾਰਾ MLA ਬਣ ਗਿਆ, ਸਕੂਲਾਂ ਦੇ ਜਵਾਕ ਤਾਂ ਸ਼ਰਾਬ ਪੀਣਗੇ ਹੀ ਪੀਣਗੇ, ਸਾਡੇ ਪਿੰਡਾਂ ਦੀਆਂ ਬੀਬੀਆਂ ਬੁੜੀਆਂ ਵੀ ਸ਼ਰਾਬ ਪੀਣ ਲੱਗ ਜਾਣਗੀਆਂ। ਸੋ ਇਦਾਂ ਦੇ ਹਾਲਾਤ ਨੇ ਸਾਡੇ ਹਲਕਾ ਪੈਲ ਦੇ। ਤੇ ਬਾਕੀ ਤੁਸੀਂ ਸੜਕਾਂ ਦਾ ਹਾਲ ਤਾਂ ਦੇਖਿਆ ਹੀ ਆ, ਕਿੰਨਾ ਮਾੜਾ ਹਾਲ ਆ, ਨਸ਼ਿਆਂ ਦਾ ਹਰ ਪੱਖੋਂ, ਡਿਵੈਲਪਮੈਂਟ ਪੱਖੋਂ ਹਰ ਤਰ੍ਹਾਂ ਦਾ ਫੇਲ ਹੋਇਆ। ਤੇ ਬਾਕੀ ਜਿਹੜੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ, ਦੋਵੇਂ ਪਾਰਟੀਆਂ ਪੰਜਾਬ ਦੀਆਂ ਜਨਮੀਆਂ ਪਾਰਟੀਆਂ ਨੇ, ਦੋਨਾਂ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ। ਤੇ ਦੋਨੇ ਪਾਰਟੀਆਂ, ਸਭ ਤੋਂ ਵੱਡੀ ਗੱਲ ਆ ਜਿਹੜੀ, ਦੋਨੇ ਪਾਰਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ। ਦੋਵੇਂ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀਆਂ ਪਾਰਟੀਆਂ ਨੇ। ਸੋ ਇਸ ਕਰਕੇ ਜਿਹੜਾ ਗੱਠਜੋੜ ਹੋਇਆ, ਇਹ ਇੱਕ ਮਜ਼ਦੂਰਾਂ ਦਾ, ਕਿਰਤੀਆਂ ਦਾ, ਕਾਮਿਆਂ ਦਾ, ਕਿਸਾਨਾਂ ਦੇ ਨਾਲ ਗੱਠਜੋੜ ਹੋਇਆ। ਇੱਕ ਬਹੁਤ ਹੀ ਵਧੀਆ ਸਿਧਾਂਤਿਕ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਵਾਲਾ ਜਿਹੜਾ ਗੱਠਜੋੜ ਹੋਇਆ। ਆਪਾਂ ਸਾਰੇ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਜਿੱਥੇ ਸਾਨੂੰ ਇਸ ਗੱਠਜੋੜ ਦੀ ਹਮਾਇਤ ਕਰਨੀ ਚਾਹੀਦੀ ਆ, ਉੱਥੇ ਹੀ 4 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ, ਅਖਬਾਰਾਂ ਦੇ ਵਿੱਚ ਵੀ ਆਇਆ, ਮੀਡੀਆ ਵਿੱਚ ਵੀ ਆਇਆ ਕਿ ਪੰਜਾਬ ਦਾ ਇੱਕ ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਨੇ ਸਾਰੇ ਇਕੱਠੇ ਹੋਏ। ਉਹਨਾਂ ਨੇ ਜਿੰਨੀਆਂ ਵੀ ਧਾਰਮਿਕ ਸਾਡੀਆਂ ਜਥੇਬੰਦੀਆਂ ਨੇ, ਜਿੰਨੀਆਂ ਵੀ ਟਕਸਾਲਾਂ, ਜਿੰਨੀਆਂ ਵੀ ਠਾਠਾਂ, ਸਾਰਿਆਂ ਦੇ ਜਿਹੜੇ ਸੰਤ ਮਹਾਂਪੁਰਸ਼ ਨੇ ਉਹ ਇਕੱਤਰ ਹੋਏ ਤੇ ਉੱਥੇ ਉਹਨਾਂ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ ਵੀ ਇਸ ਵਾਰ ਜਿਹੜਾ ਆਪਾਂ ਸਮਰਥਨ ਆ, ਕਿਉਂਕਿ ਅੱਜ ਤੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ, ਉਹਨਾਂ ਸਾਰਿਆਂ ਨੇ ਸਮਰਥਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ ਕੀਤਾ ਵੀ ਜੇਕਰ ਇਸ ਵਾਰ ਖੁੱਲ੍ਹ ਗਏ ਤਾਂ ਪੰਜਾਬ ਦੇ ਪੰਜਾਬੀਆਂ ਦੇ ਸਿਰਾਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਨਹੀਂ ਰਹਿਣਗੀਆਂ। ਸੋ ਇਸ ਕਰਕੇ ਜਿੱਦਾਂ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ, ਸਾਰੀਆਂ ਟਕਸਾਲਾਂ ਨੇ, ਠਾਠਾਂ ਨੇ ਤੇ ਜਥੇਬੰਦੀਆਂ ਨੇ ਫੈਸਲਾ ਲਿਆ, ਉੱਥੇ ਆਪਣਾ ਵੀ ਫਰਜ਼ ਬਣਦਾ ਵੀ ਆਪਣਾ ਆਪਣੇ ਗੁਰੂਆਂ ਦੀ ਲਾਈਨ ਤੇ ਚੱਲ ਕੇ ਆਪਾਂ ਵੀ ਜਿਹੜਾ ਸਮਰਥਨ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ ਦਈਏ। ਤੇ ਦੂਜੀ ਗੱਲ, ਤੁਸੀਂ ਪਿੰਡਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਪੋਸਟਰ ਲੱਗੇ ਹੋਏ ਨੇ 13-29 ਪ੍ਰੋਗਰਾਮ ਦੇ ਜਿਹੜੇ ਕਿ ਪਾਰਟੀ ਵੱਲੋਂ ਲਾਏ ਗਏ ਨੇ। ਇਹ 13-29 ਪ੍ਰੋਗਰਾਮ ਦੇ ਵਿੱਚ 13 ਐਲਾਨ ਦੱਸੇ ਗਏ ਨੇ ਵੀ ਜਿਹੜੀਆਂ ਸਹੂਲਤਾਂ ਸਰਕਾਰ ਬਣਨ ਤੋਂ ਬਾਅਦ ਸਾਨੂੰ ਪੰਜਾਬੀਆਂ ਨੂੰ ਮਿਲਣੀਆਂ ਨੇ। ਸੋ ਹੁਣ ਗੱਲ ਇਹ ਆ ਵੀ 13-29 ਕਿਉਂ ਕਿਹਾ, 20 ਜਾਂ 50-29 ਕਿਉਂ ਨਹੀਂ ਕਿਹਾ? ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਦੋਨੇ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ। ਇਹਨਾਂ ਨੇ ਫੈਸਲਾ ਲਿਆ ਬਰਾਬਰਤਾ, ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਆ ਵੀ ਸਾਰਿਆਂ ਨੂੰ ਸਾਂਝੀ ਵਾਲਤਾ, ਸਭੇ ਸਾਂਝੀ ਵਾਲ ਸਦੈਨ, ਕੋਈ ਨਾ ਦਿਸੇ ਬਾਹਰਾ ਜਿਓ। ਇਸੇ ਸੋਚ ਨੂੰ ਲਾਗੂ ਕਰਨ ਦੇ ਲਈ ਜਿੱਦਾਂ ਬਾਬਾ ਨਾਨਕ ਆਪਣੀ ਤੱਕੜੀ ਤੇ 13-13 ਤੋਲਦਾ ਸੀ, ਉਸੇ ਤਰ੍ਹਾਂ ਇਹ ਬਰਾਬਰਤਾ ਨੂੰ ਕਾਇਮ ਕਰਨ ਦੇ ਲਈ ਸਾਡੇ ਪੰਜਾਬ ਦੇ ਅੰਦਰ ਸਮਾਜਿਕ ਤੇ ਆਰਥਿਕ ਜਿਹੜੀ ਗੈਰ ਬਰਾਬਰਤਾ ਉਹਨੂੰ ਬਰਾਬਰ ਕਰਨ ਦੇ ਲਈ ਇਹ 13-29 ਪ੍ਰੋਗਰਾਮ ਆ। ਇਹ 13-29 ਪ੍ਰੋਗਰਾਮ ਸਾਰੇ ਵਰਗਾਂ ਲਈ ਬਰਾਬਰ ਆ, ਚਾਹੇ ਕੋਈ ਅਮੀਰ ਆ, ਗਰੀਬ ਆ, ਚਾਹੇ ਕੋਈ SC BC ਜਾਂ ਜਨਰਲ ਵਰਗ, ਇਹ ਸਹੂਲਤਾਂ ਸਾਰਿਆਂ ਨੂੰ ਬਰਾਬਰ ਮਿਲਣਗੀਆਂ। ਸੋ 13 ਸਹੂਲਤਾਂ ਦੱਸਣ ਤੋਂ ਪਹਿਲਾਂ ਵੀ ਕਿਹੜੀਆਂ ਨੇ, ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਆਹ ਜਿਹੜਾ ਪਰਚੇ ਤੇ 13-29 ਪ੍ਰੋਗਰਾਮ ਲਿਖਿਆ ਹੋਇਆ, ਇਹ ਤੁਸੀਂ ਸਾਰਿਆਂ ਨੇ ਸਾਂਭ ਕੇ ਰੱਖਣਾ ਹੈ। ਕਿਉਂ ਸਾਂਭ ਕੇ ਰੱਖਣਾ? ਕਿਉਂਕਿ ਜਦੋਂ ਵੀ ਆ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਆ, ਪਟਵਾਰੀ ਆਪਣੇ ਸਨੀ ਸਾਡੇ ਸਰਪੰਚ ਸਾਹਿਬ ਬੈਠੇ ਨੇ, ਮੈਂਬਰ PSC ਹਰਜੀਵਨਪਾਲ ਸਿੰਘ ਜੀ ਗਿੱਲ, ਹੋਰ ਸਾਰੀ ਲੀਡਰਸ਼ਿਪ ਇੱਥੇ ਬੈਠੀ ਆ, ਜਦੋਂ ਵੀ ਦੁਬਾਰਾ ਵੋਟਾਂ ਮੰਗਣ ਆਈਏ ਤੁਹਾਡੇ ਕੋਲ ਤਾਂ ਪਰਚਾ ਦਿਖਾ ਦੇਣਾ ਸਾਰਿਆਂ ਨੇ। ਜੇ ਤਾਂ ਇਹਨਾਂ ਤੋਂ ਇੱਕ ਵੀ ਵਾਅਦਾ ਰਹਿੰਦਾ ਹੋਇਆ ਤਾਂ ਦੁਬਾਰਾ ਵੋਟਾਂ ਪਾਉਣ ਤੋਂ ਮਨਾ ਕਰ ਦਿਓ, ਸਾਫ਼ ਮਨਾ ਕਰ ਦਿਓ। ਜੇ ਸਾਰੇ ਵਾਅਦੇ ਪੂਰੇ ਹੋਏ ਤਾਂ ਅਸੀਂ ਵੋਟਾਂ ਮੰਗਣ ਦੇ ਹੱਕਦਾਰ ਹੋਵਾਂਗੇ ਤੇ ਵੋਟਾਂ ਲੈ ਕੇ ਜਾਵਾਂਗੇ। ਸੋ ਇਸ ਕਰਕੇ ਇਹ ਸਾਰੇ ਤੁਸੀਂ ਸਾਂਭ ਕੇ ਰੱਖਿਓ। ਤੇ ਬਾਕੀ ਜਿਹੜੀਆਂ ਸਹੂਲਤਾਂ ਨੇ ਮੈਂ 5-7 ਦੱਸਣਾ ਸਮਾਂ, ਕਿਉਂਕਿ ਮਕਸੂਦ ਜਿਹੜੇ ਬਹੁਤ ਵੱਡਾ ਇਕੱਠ ਹੋਇਆ ਉੱਥੇ ਵਾਰ-ਵਾਰ ਫੋਨ ਆ ਰਹੇ ਨੇ। ਮੈਂ 5-7 ਗੱਲਾਂ ਦੱਸਣਾ, ਬਾਕੀ ਤੁਹਾਡੇ ਸਾਰਿਆਂ ਕੋਲ ਇਹ ਪਰਚਾ ਪਹੁੰਚਦਾ ਹੋ ਜਾਣਾ। ਸਰਪੰਚ ਸਾਹਿਬ ਪਹੁੰਚਦਾ ਕਰਨਗੇ ਦਿੱਲੀ ਜੀ। ਇਹਨਾਂ ਵਿੱਚ ਪਹਿਲਾ ਐਲਾਨ ਹੈਗਾ ਸਾਡੇ ਗਰੀਬ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਆ।
ਜਿਨ੍ਹਾਂ ਪਰਿਵਾਰਾਂ ਦੇ ਨੀਲੇ ਕਾਰਡ ਬਣੇ ਹੋਇਆ ਉਹਨਾਂ ਪਰਿਵਾਰਾਂ ਦੀਆਂ ਜਿਹੜੀਆਂ ਬੀਬੀਆਂ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਨੂੰ ਹਰ ਮਹੀਨੇ ਰਸੋਈ ਦੇ ਖਰਚੇ ਲਈ 2000 ਰੁਪਇਆ ਮਿਲਿਆ ਕਰੂਗਾ ਸਰਕਾਰ ਵੱਲੋਂ ਤੇ ਸਾਲਾਨਾ ਬਣ ਜਾਣਾ ਉਹ 24,000। ਸੋ ਇਹਦੇ ਨਾਲ ਗਰੀਬ ਪਰਿਵਾਰਾਂ ਦੀ ਰਸੋਈ ਦਾ ਖਰਚਾ ਜਿਹੜਾ ਉਹ ਬਹੁਤ ਵਧੀਆ ਢੰਗ ਨਾਲ ਚੱਲੂਗਾ, ਉਹਨਾਂ ਨੂੰ ਕੋਈ ਰਸੋਈ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ। ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਜਿੰਨੇ ਵੀ ਪਰਿਵਾਰ ਨੇ, ਚਾਹੇ ਕੋਈ ਐਸਸੀ ਪਰਿਵਾਰ ਆ, ਬੀਸੀ ਪਰਿਵਾਰ ਆ ਜਾਂ ਜਨਰਲ ਭਾਈਚਾਰੇ ਚੋਂ ਆ, ਹਰ ਪਰਿਵਾਰ ਦਾ 800 ਯੂਨਿਟ ਬਿਜਲੀ ਦਾ ਮੁਫਤ ਮਿਲੇਗਾ। 800 ਯੂਨਿਟ ਦਾ ਮਤਲਬ ਵੀ ਸਾਡੇ ਕਢਾਣੀ ਕਲਾਂ ਦੇ ਜਿੰਨੇ ਵੀ ਪਰਿਵਾਰ ਨੇ ਇਹਨਾਂ ਦਾ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਕਰੂਗਾ। ਸਾਨੂੰ ਸਿਰਫ ਬਿੱਲ ਆਇਆ ਕਰਨਾ, ਲਿਖ ਕੇ ਜ਼ੀਰੋ ਆਇਆ ਕਰੂਗਾ। ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਸਾਡੇ ਪੰਜਾਬ ਵਾਸੀਆਂ ਨੂੰ ਮਿਲੇਗੀ। ਤੇ ਤੀਜਾ ਜਿਹੜਾ ਐਲਾਨ ਆ, ਜਿਹੜਾ ਸਭ ਤੋਂ ਵੱਡਾ ਮੈਂ ਮੰਨਦਾ, ਉਹ ਹੈਗਾ ਪੰਜਾਬੀਆਂ ਦੀ ਸਿਹਤ ਵਾਸਤੇ, ਪੰਜਾਬੀਆਂ ਦੇ ਇਲਾਜ ਵਾਸਤੇ। ਕਿਉਂਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਲੱਗਿਆ, ਅੱਜ ਤੱਕ ਪੂਰੇ ਵਰਲਡ ਦੇ ਵਿੱਚ ਕਿਸੇ ਨੇ ਐਡਾ ਵੱਡਾ ਬੀਮਾ ਯੋਜਨਾ ਸ਼ੁਰੂ ਨਹੀਂ ਕੀਤੀ। ਕਿਉਂਕਿ ਪੰਜਾਬ ਦੇ ਹਰ ਪਰਿਵਾਰ ਦਾ ਇੱਕ 10 ਲੱਖ ਦਾ ਬੀਮਾ ਹੋਏਗਾ, ਹਰ ਜੀ ਦਾ, ਹਰ ਪਰਿਵਾਰ ਦਾ, ਜਿਹਦੇ ਨਾਲ ਤੁਸੀਂ ਇੱਕ ਕਾਰਡ ਬਣੇਗਾ ਹੈਲਥ ਕਾਰਡ। ਉਹ ਕਾਰਡ ਦੇ ਨਾਲ ਤੁਸੀਂ ਪੰਜਾਬ ਦੇ ਕਿਸੇ ਵੀ ਵੱਡੇ ਛੋਟੇ ਹਸਪਤਾਲ ਦੇ ਵਿੱਚ ਜਾ ਕੇ, ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ, ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਇਲਾਜ 10 ਲੱਖ ਤੱਕ ਦਾ ਮੁਫਤ ਕਰਾ ਸਕਦੇ ਹੋ। ਚਾਹੇ ਤੁਸੀਂ ਅਪੋਲੋ ਜਾਂ ਡੀਐਮਸੀ ਜਾਂ ਕਿਸੇ ਵੀ ਫੋਰਟਿਸ ਵੱਡੇ ਹਸਪਤਾਲ 'ਚ ਵੀ ਜਾ ਕੇ ਤੁਸੀਂ ਇਲਾਜ ਕਰਾ ਸਕਦੇ ਹੋ। ਸੋ ਇਹਦੇ ਨਾਲ ਕੀ ਹੋਏਗਾ ਕਿ ਇੱਕ ਸਮਾਜ ਦੇ ਅੰਦਰ ਜਿਹੜੀ ਇਲਾਜ ਪ੍ਰਤੀ, ਸਿਹਤ ਪ੍ਰਤੀ ਗੈਰ ਬਰਾਬਰਤਾ, ਕਿਉਂਕਿ ਅਮੀਰਾਂ ਤੇ ਗਰੀਬਾਂ ਦੇ ਹਸਪਤਾਲ ਅਲੱਗ ਹੁੰਦੇ ਸੀ ਹੁਣ ਤੱਕ, ਹੁਣ ਸਾਡੇ ਮਜ਼ਦੂਰਾਂ ਦੇ ਤੇ ਗਰੀਬ ਕਿਸਾਨਾਂ ਦੇ ਇਲਾਜ ਆ ਜਿਹੜਾ ਉਹ ਇੱਕ ਛੱਤ ਥੱਲੇ ਹੋਇਆ ਕਰੂਗਾ। ਜਿੱਥੇ ਕਰੋੜਪਤੀਆਂ ਦਾ ਹੁੰਦਾ ਉੱਥੇ ਸਾਡੇ ਮਜ਼ਦੂਰਾਂ ਦਾ ਇਲਾਜ ਹੋਇਆ ਕਰੂਗਾ। ਸੋ ਇਹ ਬਹੁਤ ਵੱਡੀ ਰਾਹਤ ਦਾ ਕੰਮ ਆ। ਤੇ ਚੌਥਾ ਹੈਗਾ ਸਾਡੇ ਬੱਚਿਆਂ ਦੀ ਸਿੱਖਿਆ ਦੇ ਲਈ, ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਇੱਕ ਗੱਲ ਦੇਖੀ ਹੋਣੀ ਆ ਵੀ ਸਾਡੇ ਪਿੰਡਾਂ ਦੇ ਜਿਹੜੇ ਨੌਜਵਾਨ ਵਿਦਿਆਰਥੀ ਨੇ 12ਵੀਂ ਜਾਂ BA ਤੋਂ ਬਾਅਦ ਉਹ ਆਈਲੈਟਸ ਕਰਕੇ ਵਿਦੇਸ਼ਾਂ 'ਚ ਪੜ੍ਹਾਈ ਕਰਨ ਜਾਂਦੇ ਆ। ਸਿਰਫ ਉਹੀ ਪਰਿਵਾਰ ਵਿਦੇਸ਼ਾਂ 'ਚ ਪੜ੍ਹਾਈ ਕਰਨ ਜਾਂਦੇ ਆ ਜਿਹੜੇ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਆ। ਤੇ ਪਰ ਜਿਹੜੇ ਸਾਡੇ ਗਰੀਬ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਪਰਿਵਾਰ ਨੇ ਉਹ ਵਿਚਾਰੇ ਤਰਸਦੇ ਰਹਿੰਦੇ ਆ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਕੈਨੇਡਾ ਜਾਣ ਲਈ ਜਾਂ ਕਿਤੇ ਵੀ ਵਿਦੇਸ਼ ਪੜ੍ਹਾਈ ਕਰਨ ਲਈ। ਸੋ ਇਸ ਗੈਰ ਬਰਾਬਰਤਾ ਨੂੰ ਖਤਮ ਕਰਨ ਦੇ ਲਈ ਦੋਨੇ ਪਾਰਟੀ ਪ੍ਰਧਾਨਾਂ ਨੇ ਇੱਕ ਐਲਾਨ ਕੀਤਾ ਵੀ ਅਗਰ ਤੁਹਾਡੀ ਕਿਰਪਾ ਨਾਲ ਸਰਕਾਰ ਬਣ ਜਾਂਦੀ ਆ ਤਾਂ ਜੇ ਕੋਈ ਗਰੀਬ ਵਿਦਿਆਰਥੀ ਵੀ ਕੈਨੇਡਾ 'ਚ ਜਾ ਕੇ ਪੜ੍ਹਾਈ ਕਰਨਾ ਚਾਹੂਗਾ ਤਾਂ ਉਹਦੀ 10 ਲੱਖ ਦੀ ਫੀਸ ਵੀ ਬਿਨਾਂ ਵਿਆਜ ਤੇ ਬਿਨਾਂ ਗਾਰੰਟੀ ਤੋਂ ਸਰਕਾਰ ਭਰਿਆ ਕਰੂਗੀ। ਸੋ ਦੇਖੋ ਕਿੰਨੇ ਵੱਡਾ ਐਲਾਨ ਆ। ਇਸ ਐਲਾਨ ਤੋਂ ਬਾਅਦ ਤੁਸੀਂ 3 ਮਹੀਨੇ ਬਾਅਦ ਦੇਖੋਗੇ ਵੀ ਮਜ਼ਦੂਰਾਂ ਦੇ ਦਿਹਾੜੀਦਾਰ ਪਰਿਵਾਰਾਂ ਦੇ ਬੱਚੇ ਵੀ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕਰਿਆ ਕਰਨਗੇ ਤੇ 3 ਮਹੀਨੇ ਬਾਅਦ ਸਾਡੇ ਕੋਲ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਾ। ਇਸੇ ਤਰ੍ਹਾਂ ਬੇਰੁਜ਼ਗਾਰੀ ਕਾਰਨ ਨਸ਼ਿਆਂ ਦੇ ਆਦੀ ਹੋ ਜਾਂਦੇ ਆ, ਕੁਝ ਸੰਗਤ ਨਾਲ ਜਾਂ ਕੁਝ ਸਰਕਾਰ ਦੇ ਸਿਸਟਮ ਦੇ ਨਾਲ। ਕਿਉਂਕਿ ਨੌਜਵਾਨ ਪੜ੍ਹ ਲਿਖ ਜਾਂਦੇ ਆ, ਉਹਨਾਂ ਨੂੰ ਉੱਪਰ ਉੱਠਣ ਦਾ ਕਦੇ ਮੌਕਾ ਨਹੀਂ ਮਿਲਿਆ, ਅੱਜ ਤੱਕ ਬਰਾਬਰ ਉੱਠਣ ਦਾ ਮੌਕਾ ਨਹੀਂ ਮਿਲਿਆ। ਕਿਉਂਕਿ ਨੌਜਵਾਨਾਂ ਦੀ ਇੱਛਾ ਹੁੰਦੀ ਹੈ ਵੀ ਮੈਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਾਂ, ਕੋਈ ਦੁਕਾਨਦਾਰੀ ਸ਼ੁਰੂ ਕਰਾਂ ਜਾਂ ਕੋਈ ਸ਼ੋਰੂਮ ਖੋਲ ਸ਼ੁਰੂ ਕਰਾਂ ਜਾਂ ਕੋਈ ਘਰ ਦੇ ਵਿੱਚ ਛੋਟੀ ਮੋਟੀ ਮਸ਼ੀਨਰੀ ਲਾ ਕੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਾਂ। ਪਰ ਪੈਸੇ ਦੀ ਘਾਟ ਕਰਕੇ ਉਹ ਵਿਚਾਰਿਆਂ ਨੂੰ ਕਦੇ ਉੱਪਰ ਉੱਠਣ ਦਾ ਮੌਕਾ ਹੀ ਨਹੀਂ ਮਿਲਿਆ। ਸੋ ਇਸ ਗੈਰ ਬਰਾਬਰਤਾ ਨੂੰ ਖਤਮ ਕਰਨ ਦੇ ਲਈ ਪਿੰਡਾਂ ਦੇ ਸ਼ਹਿਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਮੌਕਾ ਦੇਣ ਦੇ ਲਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ। ਸਰਕਾਰ ਆਉਣ ਦੇ ਉੱਪਰ ਹਰ ਨੌਜਵਾਨ ਨੂੰ 5 ਲੱਖ ਨੌਜਵਾਨਾਂ ਨੂੰ ਇੱਕ ਮੌਕਾ ਮਿਲੂਗਾ। 5 ਲੱਖ ਦੀ ਮਾਲੀ ਮਦਦ ਦਿੱਤੀ ਜਾਊਗੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ। ਉਹ ਕੋਈ ਵੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ। ਸੋ ਇਦਾਂ ਦੇ ਐਲਾਨ ਨੇ 1 ਲੱਖ ਸਰਕਾਰੀ ਨੌਕਰੀਆਂ, 10 ਲੱਖ ਪ੍ਰਾਈਵੇਟ ਨੌਕਰੀਆਂ ਤੇ ਜਿੰਨੇ ਵੀ ਪੰਜਾਬ ਦੇ ਅੱਜ ਤੱਕ ਕੱਚੇ ਮੁਲਾਜ਼ਮ ਨੇ ਸਾਰੇ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ। ਤੇ ਜਿੰਨੇ ਵੀ ਪੰਜਾਬ ਦੇ ਅੰਦਰ ਪ੍ਰਾਈਵੇਟ ਨੌਕਰੀਆਂ ਨੇ ਜਿਹੜੀਆਂ ਉਹ ਚਾਈਨਾ ਮਾਡਲ ਦੇ ਉੱਪਰ, ਜਿੱਦਾਂ ਸਮਾਲ ਸਕੇਲ ਇੰਡਸਟਰੀ ਮੈਂ ਪਹਿਲਾਂ ਹੀ ਦੱਸਿਆ ਕਿ ਛੋਟੀ ਇੰਡਸਟਰੀ ਨੂੰ ਪ੍ਰਮੋਟ ਕਰਕੇ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੱਡਾ ਮੌਕਾ ਵੀ ਦਿੱਤਾ ਜਾਊਗਾ। ਤੇ ਇਸੇ ਤਰ੍ਹਾਂ ਇਹ 13 ਪ੍ਰੋਗਰਾਮ ਨੇ, ਇਹ ਸਾਰੇ ਤੁਸੀਂ ਆਪ ਪੜ੍ਹਦੇ ਆ ਤੇ ਸਮਝਾਉਣੇ ਆ। ਤੇ ਕੱਲੇ ਕੱਲੇ ਪਰਿਵਾਰ ਦੇ ਜਿੰਨੇ ਵੀ ਇੱਥੇ ਮਾਤਾਵਾਂ ਭੈਣਾਂ ਬੈਠੀਆਂ ਨੇ, ਬੇਨਤੀ ਹੈ ਵੀ ਤੁਸੀਂ ਇੱਕ ਭੈਣ ਜਿਹੜੀ ਸਾਡੀ ਮਾਂ ਬੈਠੀ ਆ ਉਹ ਕੱਲੇ ਹੀ ਜਾਣੀ 10-10 ਪਰਿਵਾਰਾਂ ਨੂੰ ਜਾ ਕੇ ਦੱਸੇ ਜਿਹੜੀਆਂ ਇੱਥੇ ਨਹੀਂ, ਜਿਹੜੇ ਪਰਿਵਾਰ ਨਹੀਂ ਇੱਥੇ ਆਏ, ਤਾਂ ਜੋ ਆਪਾਂ ਜਿਹੜੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਣਾ ਸਕੀਏ। ਸੋ ਇਸ ਕਰਕੇ ਜਿਹੜਾ ਪੈਲ ਦੇ ਅੰਦਰ ਚੋਣ ਨਿਸ਼ਾਨ ਆਪਾਂ ਸਾਰੇ ਧਿਆਨ ਰੱਖਿਓ ਵੀ ਆਪਣਾ ਚੋਣ ਨਿਸ਼ਾਨ ਇਸ ਵਾਰ ਹਾਥੀ ਆ। ਚੋਣ ਨਿਸ਼ਾਨ ਹਾਥੀ ਆ ਜਿਹੜਾ। ਤੇ ਖੁਸ਼ੀ ਦੀ ਗੱਲ ਇਹ ਆ ਵੀ ਮਸ਼ੀਨ ਦੇ ਉੱਪਰ ਆਪਣਾ ਬਟਨ ਵੀ ਪਹਿਲਾਂ ਹੀ ਆ। ਆਪਾਂ ਪਹਿਲਾ ਬਟਨ ਹਾਥੀ ਵਾਲਾ ਦਬਾ ਕੇ ਵੱਡੀ ਤੋਂ ਵੱਡੀ ਲੀਡ ਨਾਲ ਆਪਾਂ ਇਹ ਸੀਟ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਪਾਉਣੀ ਆ। ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਾਂ ਹੀ ਮੁੱਖ ਮੰਤਰੀ ਬਣਾ ਸਕਾਂਗੇ ਜੇ ਇੱਕ ਸੀਟ ਆਪਾਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ। ਸੋ ਇੰਨਾ ਕੁਝ ਕਹਿੰਦਾ ਹੋਇਆ ਕਿਉਂਕਿ ਸਮਾਂ ਵੀ ਬਹੁਤ ਹੋ ਗਿਆ। ਸਾਰੀਆਂ ਮੈਂ ਖਾਸ ਤੌਰ ਤੇ ਮੇਰੀਆਂ ਮਾਤਾਵਾਂ ਭੈਣਾਂ ਦਾ ਤੇ ਇੱਥੇ ਬੈਠੇ ਬਜ਼ੁਰਗਾਂ ਦਾ ਤੇ ਸਾਰੀ ਸੀਨੀਅਰ ਲੀਡਰਸ਼ਿਪ ਦਾ
ਧੰਨਵਾਦ ਕਰਦਾ ਹੋਇਆ ਰਜਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਨੌਜਵਾਨ ਨੇ ਵੀ ਆ ਗਿਆ ਲੱਡੂਆਂ ਦੇ ਡੱਬੇ ਚੱਕੋ, ਜਿਵੇਂ ਬੀਬੀਆਂ ਜਾਂ ਨੌਜਵਾਨ ਬੈਠੇ ਭਾਈ ਸਾਰਿਆਂ ਨੂੰ ਲੱਡੂਆਂ ਦਾ ਮੂੰਹ ਮਿੱਠਾ ਕਰਾਓ। ਇੱਥੇ ਆਉਣ ਤੇ ਜਿੰਨੇ ਵੀ ਬਹੁਜਨ ਸਮਾਜ ਪਾਰਟੀ ਤੋਂ ਜਾਂ ਅਕਾਲੀ ਦਲ ਤੋਂ ਆਏ ਨੇ ਨਗਰ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਡਾਕਟਰ ਜਸਪ੍ਰੀਤ ਸਿੰਘ ਬੀਜਾ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਡਾਕਟਰ ਜਸਪ੍ਰੀਤ ਸਿੰਘ ਬੀਜਾ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਅੱਗੇ ਪ੍ਰਧਾਨ ਕਰ ਲਿਓ ਜੀ।